ਉਸਤਤ ਮਨ ਮੈਂ ਕਰ ਨਿਰੰਕਾਰ। ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ। ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਭੇ ਠਾਕੁਰ ਕਾ ਰੰਗ। ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ। ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ। ਹਰ ਦਰਗਹਿ ਨਾਨਕ ਉਜਲ ਮਥਾ। ਕਰ ਹਰ ਕਰਮ ਸਰਵਣ ਹਰ ਕਥਾ। ਹਰ ਦਰਗਹਿ ਨਾਨਕ ਉਜਲ ਮਥਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ ਨੌ। ਦੋ ਤੁਕੇ ਪੰਜ ਇੱਕ ਓੰਕਾਰ। ਸਤਿਗੁਰ ਪ੍ਰਸਾਦ। ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ। ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ। ਭੂਲੀ ਮਾਲਣੀ ਹੈ ਏਓ ਸਤਿਗੁਰ ਜਾਗਤਾ ਹੈ ਦੇਉ ਰਹਾਉ। ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦੇਓ। ਤੀਨ ਦੇਵ ਪ੍ਰਤਖ ਤੋਰੈ ਕਰੈ ਕਿਸ ਕੀ ਸੇਓ। ਪਾਖਾਨ ਗੱਡ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ। ਜੇ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ। ਭਾਤ ਭੇਤ ਅਰ ਲਾਪਸੀ ਕਰ ਕਰਾ ਕਾ ਸਾਰ। ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸਾਰ। ਮਾਲਣ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਏ। ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਮਾਲਣ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਏ। ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੋ ਗੁਰੂ ਖਾਲਸਾ ਸਾਧ ਸੰਗਤ ਜੀਓ। ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਜੋ ਅੱਜ ਦਾ ਪਾਵਨ ਸ਼ਬਦ ਵਿਚਾਰ ਅਧੀਨ ਹੈ। ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 479 ਤੇ ਇਹ ਸ਼ਬਦ ਸੁਭਾਏਮਾਨ ਹੈ, ਵਿਰਾਜਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਉਪਦੇਸ਼ ਕਰ ਰਹੇ ਹਨ ਉਹ ਇਸ ਪ੍ਰਕਾਰ ਹੈ ਕਿ ਜੋ ਲੋਕ ਧਰਮ ਦੇ ਨਾਂ 'ਤੇ ਬਾਹਰਲੇ ਹੋਰ ਕਰਮ ਕਾਂਡਾਂ ਵਿੱਚ ਉਲਝ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹਨਾਂ ਕਰਮਾਂ ਦੇ ਵਿੱਚੋਂ ਕੁਝ ਵੀ ਲਾਭ ਨਹੀਂ ਹੈ। ਹਾਂ, ਜੇਕਰ ਪੂਜਣਾ ਹੈ ਤਾਂ ਉਸ ਪਰਮੇਸ਼ਵਰ ਦੀ ਪੂਜਾ ਕਰੋ।
परमेश्वर की पूजा की है, उसके नाम का सिमरन, उसकी आराधना। इस करके भगत कबीर साहब जी फरमान करते ने, भूली मालनी है एहो, सतगुर जागता है देव। सतगुरु जी जागत रूप दे विच हन। सतगुरु ऐसा देव जो सदा जागृत है, भाव चेतन है। चेतन की ही पूजा करनी है। एक जड़ है, एक चेतन है। जड़ वस्तु की आपां चेतन पूजा करांगे, जैसो सेवै तैसो होवै। उस तरह का ही मनुख हो जाता है जिस तरह का ये अभ्यास करता है। पत्थर नूं पूज पूज के लोग पत्थर दिल ही हो गए। कोई दया, खिमा, मैत्री भाव इत्यादि के दैवी गुण अंदरों चले गए। ये कुदरत का नियम है। तुसी जिस पासे भी लगोगे उस तरह दे हो जाओगे, उस तरह का तुहाडा जीवन हो जाएगा। नहीं तो वेखिए मनुख सारे इको जिहे हैं, पर जिस तरह का किसी ने अभ्यास किया वो उस तरह का हो गया। कोई मनुख मैडिकल में चला जाता है, मैडिकल की विद्या पढ़ता है, पढ़ पढ़ के वो डॉक्टर बन जाता है। कोई जिहड़ा है वो ला दियां किताबां पढ़ता है, ला दियां बुक्स उसने पढ़िया ने, उसनूं कानून का पता लग गया, वो वकील बन गया, जज बन गया। जिस तरह का भी कोई अभ्यास करता है उस तरह का हो जाता है। इस करके सतगुरु जी जागृत रूप हैं, चेतन रूप हैं, प्रकाश रूप हैं। ऐसे सतगुरु के चरणों नाल जुड़ना है ते उहदे वास्ते सानू शब्द का अभ्यास करना पवेगा। उहदे वास्ते सानू गुरु की मत लैके चलना पवेगा। ते जेकर इस तरह नहीं करते, बाहरले कर्म कांड विच जीव उलझिया रहा, तां फिर भगत कबीर साहब जी ऐसे कर्म कांड का खंडन करते हुए बचन कर रहे ने। आओ उन्हां दे पावन अमृत बचनां दे नाल सांझ पाइए। फरमान कीता है आसा श्री कबीर जियो के पंच पदे 9 दो तुके 5 एक ओंकार सतगुर प्रसाद। आसा राग दे विच श्रोमणी भगत श्री कबीर जी की पावन बाणी जो पंच पदे जिहड़े ने शब्द ये 9 आने हैं और 2 तुकियां वाले 5 शब्द आने हैं। ये जिहड़े नाल सरलेख लिखिया है इहदा उच्चारण इस तरह करना है। पंच पदे 9 नौवां नहीं करना, 2 तुके 5वां नहीं पढ़ना, 2 तुके 5। पंच पदे वाले शब्द 9 हैं, 2 तुकियां वाले 5। और इत्थे मंगलाचरण अकाल पुरख वाहिगुरू जी महाराज कर रहे हैं। गुरु अर्जन देव जी एक ओंकार सतगुर प्रसाद। वाहिगुरू एक अद्वितीय शक्ति है, राग द्वैश इन्हां चीज़ों तो परे है और आदि शक्ति है। ओंकार आदि कथनी अनाद। उस वाहिगुरू दे नाल अभेद होना है हर एक जीव ने।
ਭਾਵੇਂ ਉਹ ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਯਹੂਦੀ, ਪਾਰਸੀ, ਅਰਬ ਕੋਈ ਵੀ ਹੈ, ਹਰ ਇੱਕ ਜੀਵ ਦਾ ਲਕਸ਼ ਹੈ ਰੱਬ ਤੱਕ ਪਹੁੰਚਣਾ। ਪਰ ਉਹ ਪਹੁੰਚਿਆ ਕਿਵੇਂ ਜਾਵੇਗਾ? ਸਤਿਗੁਰ ਪ੍ਰਸਾਦ, ਸੱਚੇ ਸਤਿਗੁਰੂ ਦੀ ਕਿਰਪਾ ਨਾਲ। ਜੋ ਸਤ ਦਾ ਗਿਆਨ ਦੇਵੇ ਉਹ ਸਤਿਗੁਰੂ ਹੈ, ਸੱਚਾ ਸਤਿਗੁਰੂ ਹੈ। ਉਸ ਦੀ ਕਿਰਪਾ ਦੇ ਨਾਲ, ਭਾਵ ਉਸ ਦੀ ਦਿੱਤੀ ਹੋਈ ਸੋਝੀ ਦੇ ਨਾਲ ਜੀਵ ਪਰਮਾਤਮਾ ਨਾਲ ਅਭੇਦ ਹੁੰਦਾ ਹੈ। ਭਗਤ ਕਬੀਰ ਸਾਹਿਬ ਅੱਗੇ ਫਰਮਾਨ ਕਰ ਰਹੇ ਨੇ, ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ। ਪੱਥਰ ਦੀ ਮੂਰਤੀ ਬਣਾ ਕੇ ਕਹਿ ਦਿੱਤਾ ਇਹ ਭਗਵਾਨ ਹੈ, ਤੇ ਉਹਦੀ ਪੂਜਾ ਕਰਨ ਲੱਗ ਪਏ। ਉਹਦੇ ਵਾਸਤੇ ਮਾਲਣ ਹਰੇ ਹਰੇ ਪੱਤੇ ਤੋੜਦੀ ਹੈ, ਫੁੱਲ ਤੋੜਦੀ ਹੈ। ਆਪਾਂ ਵੇਖਦੇ ਹਾਂ ਨਾ, ਜਿਹੜੇ ਸਿਹਰੇ ਗੁੰਦੇ ਹੁੰਦੇ ਨੇ ਫੁੱਲਾਂ ਦੇ ਹਾਰ ਵਿੱਚ ਹਰੇ ਹਰੇ ਪੱਤੇ ਵੀ ਪਾਏ ਹੁੰਦੇ ਨੇ। ਭਗਤ ਕਬੀਰ ਸਾਹਿਬ ਜੀ ਉਸ ਮਾਲਣ ਦਾ ਇਹ ਵਿਵਹਾਰ ਵੇਖ ਕਰਕੇ ਫਰਮਾਨ ਕਰ ਰਹੇ ਨੇ, ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ। ਇਹ ਮਾਲਣ, ਪੱਥਰ ਦੀ ਪੂਜਾ ਕਰਨ ਵਾਸਤੇ ਤੂੰ ਫੁੱਲਾਂ ਦੀਆਂ ਵੇਲਾਂ ਨਾਲੋਂ, ਬੂਟਿਆਂ ਨਾਲੋਂ ਪੱਤੇ ਤੋੜ ਰਹੀ ਹੈ। ਤੇ ਯਾਦ ਰੱਖ, ਜਿਸ ਪਾਹਣ ਕੋ ਪਾਤੀ ਤੋਰੈ, ਸੋ ਪਾਹਣ ਨਿਰਜੀਓ। ਜਿਸ ਪਾਹਣ ਵਾਸਤੇ, ਜਿਸ ਪੱਥਰ ਵਾਸਤੇ ਤੂੰ ਇਹ ਪੱਤੇ ਤੋੜ ਰਹੀ ਹੈ, ਫੁੱਲ ਤੋੜ ਰਹੀ ਹੈ, ਉਹ ਪੱਥਰ ਤਾਂ ਨਿਰਜਿੰਦ ਹੈ। ਪੱਥਰ ਨਿਰਜਿੰਦ ਹੈ, ਉਹਦੇ ਵਿੱਚ ਕੋਈ ਚੇਤਨ ਸ਼ਕਤੀ ਨਹੀਂ ਹੈ। ਤੁਸੀਂ ਵੇਖੋ, ਹੋਰ ਜਿੰਨੀ ਵੀ ਬਨਸਪਤੀ ਹੈ ਉਹ ਸਾਰੀ ਚੇਤਨ ਹੈ। ਉਹਨਾਂ 'ਤੇ ਹਰ ਇੱਕ ਚੀਜ਼ ਦਾ ਅਸਰ ਹੁੰਦਾ ਹੈ। ਜਿਹੜਾ ਪੱਥਰ ਹੈ, ਇਹਦੇ ਬਾਰੇ ਬਾਣੀ ਕਹਿੰਦੀ, ਮਨਮੁਖ ਪੱਥਰ ਸੈਲ ਹੈ, ਧ੍ਰਿਗ ਜੀਵਨ ਫੀਕਾ, ਜਲ ਮੈਂ ਕੇਤਕ ਰਾਖੀ ਹੈ, ਅਬ ਅੰਤਰ ਸੁੱਕਾ। ਪੱਥਰ ਨੂੰ ਪਾਣੀ ਵਿੱਚ ਰੱਖੋ, ਕਿੰਨੇ ਸਾਲ ਰੱਖੋ, ਉਹਨੇ ਮੋਮ ਵਰਗਾ ਨਹੀਂ ਹੋ ਜਾਣਾ ਪਾਣੀ ਵਿੱਚ ਰਹਿ ਕੇ। ਜਦੋਂ ਕੱਢੋਗੇ, ਭਾਵੇਂ ਕਿੰਨੇ ਸਾਲਾਂ ਬਾਅਦ ਕੱਢੋ, ਸਖਤ ਦਾ ਸਖਤ ਹੀ ਰਹੇਗਾ, ਕਿਉਂਕਿ ਨਿਰਜਿੰਦ ਹੈ। ਜਿੰਦ ਵਾਲੀ, ਚੇਤਨ ਸ਼ਕਤੀ ਵਾਲੀ ਚੀਜ਼ ਜਿਹੜੀ ਆ, ਉਹ ਸੁਭਾਅ ਬਦਲ ਜਾਂਦੀ ਹੈ ਆਪਣਾ। ਜਿਸ ਤਰ੍ਹਾਂ ਦੀ ਉਹਨੂੰ ਸੰਗਤ ਮਿਲੇ, ਉਸ ਤਰ੍ਹਾਂ ਦੀ ਰੰਗਤ ਹੋ ਜਾਂਦੀ ਹੈ, ਉਸ ਤਰ੍ਹਾਂ ਦਾ ਉਹਦਾ ਸੁਭਾਅ ਹੋ ਜਾਂਦਾ ਹੈ। ਉਹ ਆਪਣੇ ਪਹਿਲੇ ਵਾਲੇ ਸੁਭਾਅ ਨੂੰ ਛੱਡ ਦਿੰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੋੜੇ ਰੀਠੇ ਦੇ ਥੱਲੇ ਜਾ ਕੇ ਬੈਠਦੇ ਨੇ। ਜਿਸ ਪਾਸੇ ਬੈਠਦੇ ਨੇ, ਨਜ਼ਰ ਮਾਰਦੇ ਨੇ, ਉਹ ਰੀਠੇ ਮਿੱਠੇ ਹੋ ਜਾਂਦੇ ਨੇ, ਕਿਉਂਕਿ ਬਨਸਪਤੀ ਚੇਤਨ ਹੈ, ਹੋਰ ਉਸ ਅਸਰ ਨੂੰ ਕਬੂਲ ਕਰਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਸ ਪੱਥਰ ਵਾਸਤੇ ਮਾਲਣ ਤੂੰ ਪੱਤੇ ਤੋੜ ਰਹੀ ਹੈ, ਉਹ ਪਾਹਣ ਤਾਂ ਨਿਰਜਿੰਦ ਹੈ, ਸੋ ਪਾਹਣ ਨਿਰਜੀਓ। ਉਹਦੇ ਵਿੱਚ ਕੋਈ ਜਿੰਦ ਨਹੀਂ ਹੈ, ਕੋਈ ਜੀਵਨ ਦੀ ਕਲਾ ਨਹੀਂ ਹੈ। ਭੂਲੀ ਮਾਲਣੀ ਹੈ ਇਹ ਮਾਲਣ ਭੁੱਲੀ ਹੋਈ, ਇਸ ਤਰ੍ਹਾਂ ਭੁੱਲੀ ਹੋਈ ਹੈ, ਇਹਨੂੰ ਸਮਝ ਨਹੀਂ ਆਈ। ਅਸਲ ਵਿੱਚ ਭਗਤ ਕਬੀਰ ਸਾਹਿਬ ਜੀ ਇਹ ਸਾਡੇ ਸਾਰਿਆਂ ਦੇ ਪਰਥਾਏ ਬਚਨ ਕਰਦੇ ਨੇ। ਜੀਵ ਭੁੱਲੇ ਹੋਏ ਨੇ, ਇਹਨਾਂ ਨੂੰ ਧਰਮ ਦਾ ਪਤਾ ਹੀ ਨਹੀਂ ਹੈ ਵੀ ਧਰਮ ਕੀ ਚੀਜ਼ ਹੈ। ਆਪਾਂ ਵੀ ਬਾਹਰੋਂ ਬਾਣਾ ਤਾਂ ਧਰਮ ਦਾ ਜ਼ਰੂਰ ਪਾਇਆ ਹੈ, ਮਾਫ ਕਰਨਾ, ਪਰ ਅਜੇ ਆਪਾਂ ਨੂੰ ਧਰਮ ਦਾ ਕੋਈ ਪਤਾ ਨਹੀਂ ਲੱਗਾ। ਇੱਕ ਪੈਸਾ ਵੀ ਧਰਮ ਦਾ ਪੈਸਾ ਪਤਾ ਨਹੀਂ ਲੱਗਾ। ਧਰਮ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ 5 ਖੰਡਾਂ ਦਾ ਜ਼ਿਕਰ ਕੀਤਾ ਹੈ, ਤੇ ਪਹਿਲਾ ਖੰਡ ਹੈ ਧਰਮ ਖੰਡ। ਉਹਦੇ ਵਿੱਚ ਮਹਾਰਾਜ ਪਤਾ ਕੀ ਕਹਿੰਦੇ ਨੇ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕਚ ਬਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ
ਗਿਆਨ ਖੰਡ ਕਾ ਆਖੋ ਕਰਮ। ਆਪਾਂ ਸਾਰਿਆਂ ਨੇ ਬੜਾ ਜਪਜੀ ਸਾਹਿਬ ਪੜ੍ਹਿਆ ਤੇ ਕੀ ਪਤਾ ਲੱਗਾ ਦੱਸੋ ਹੁਣ ਇਹਦੇ ਵਿੱਚੋਂ ਆਪਾਂ ਨੂੰ ਕੀ ਧਰਮ ਦੀ ਸਮਝ ਆਈ ਇਹਦੇ ਵਿੱਚੋਂ? ਬਸ ਜੋ ਮਹਾਰਾਜ ਨੇ ਆਸਾ ਦੀ ਵਾਰ ਵਿੱਚ ਕਹਿ ਦਿੱਤਾ ਨਾ, ਬਿਲਕੁਲ ਉਹ ਆਪਾਂ ਪ੍ਰੈਕਟੀਕਲ ਕਰ ਰਹੇ ਹਾਂ। ਮਹਾਰਾਜ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਝਖਣਾ ਝਾਖ। ਬਈ ਇੱਕੋ ਗੱਲ ਲੇਖੇ ਵਿੱਚ ਲੱਗਣੀ ਸੀ, ਉਹ ਕੀਤੀ ਨਹੀਂ। ਫਿਰ ਸਮਝ ਲਓ ਝਾਕੀ ਮਾਰੀ, ਆਪਣੀ ਹੋਮੈ ਦਾ ਹੀ ਪ੍ਰਦਰਸ਼ਨ ਕੀਤਾ ਵੀ ਮੈਂ ਬੜੀ ਬਾਣੀ ਪੜ੍ਹ ਲਈ ਹੈ। ਹੁਣ ਇਹ ਧਰਮ ਖੰਡ ਦੀ ਪਹਿਲੀ ਪੌੜੀ ਹੈ, ਫਿਰ ਅੱਗੇ ਗਿਆਨ ਖੰਡ ਹੈ, ਸ਼ਰਮ ਖੰਡ ਹੈ, ਕਰਮ ਖੰਡ ਹੈ, ਸੱਚ ਖੰਡ ਹੈ। ਤੇ ਸਾਨੂੰ ਕੀ ਪਤਾ ਲੱਗਾ ਇੱਥੋਂ ਧਰਮ ਦਾ? ਭੁੱਲੀ ਮਾਲਣੀ ਹੈ ਇਹੋ, ਅਸੀਂ ਵੀ ਭੁੱਲੇ ਹੋਏ ਹਾਂ, ਸਾਨੂੰ ਪਤਾ ਨਹੀਂ ਲੱਗਾ ਧਰਮ ਕੀ ਹੈ। ਜਦੋਂ ਤੱਕ ਧਰਮ ਦਾ ਨਹੀਂ ਪਤਾ ਲੱਗਦਾ, ਸਾਨੂੰ ਗਿਆਨ ਖੰਡ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਗਿਆਨ ਖੰਡ ਦੀ ਅੱਗੇ ਹੋਰ ਅਵਸਥਾ ਹੈ, ਫਿਰ ਸ਼ਰਮ ਖੰਡ ਦੀ ਹੈ, ਫਿਰ ਕਰਮ ਖੰਡ, ਬਖਸ਼ਿਸ਼ ਦਾ ਖੰਡ, ਪੰਜਵੇਂ ਨੰਬਰ 'ਤੇ ਸੱਚ ਖੰਡ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਧਰਮ ਖੰਡ ਦਾ ਜ਼ਿਕਰ ਕਰਦੇ ਨੇ। ਬਾਹਰ ਵੱਲ ਵੇਖੋ, ਮਹਾਰਾਜ ਕਹਿੰਦੇ ਜੇ ਧਰਮ ਨੂੰ ਤਾਂ ਧਾਰਨ ਕਰਨਾ, ਬਾਹਰ ਵੱਲ ਵੇਖੋ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੀ ਧਰਤੀ ਥਾਪ ਰੱਖੀ ਧਰਮਸਾਲ। ਸਾਰਾ ਕੁਝ ਮਰਿਆਦਾ ਵਿੱਚ ਚੱਲ ਰਿਹਾ ਹੈ। ਰਾਤਾਂ ਹੋ ਰਹੀਆਂ ਨੇ, ਦਿਨ ਕੋਈ ਚੀਜ਼ ਬਦਲਦੀ ਹੈ ਕਦੇ ਨਹੀਂ। ਵੇਖੋ ਦਿਨ ਆਪਣੇ ਹਿਸਾਬ ਨਾਲ ਦਿਨ ਆ ਜਾਂਦਾ, ਮਰਿਆਦਾ ਵਿੱਚ ਸਾਰਾ ਕੁਝ ਹੋ ਰਿਹਾ ਹੈ। ਰੁੱਤਾਂ ਵੀ ਬਦਲਦੀਆਂ ਨੇ, ਆਪਣੇ ਆਪ ਹਿਸਾਬ ਨਾਲ ਸਾਰਾ ਕੁਝ ਮਰਿਆਦਾ ਵਿੱਚ ਚੱਲ ਰਿਹਾ ਹੈ। ਔਰ ਬੜੇ ਜਿਹੜਾ ਹੈ ਸੂਖਸ਼ਮ ਰੂਪ ਦੇ ਵਿੱਚ, ਬੜੇ ਇੱਕ ਸਹਿਜ ਤਰੀਕੇ ਦੇ ਨਾਲ ਸਾਰਾ ਕੁਝ ਮਰਿਆਦਾ ਵਿੱਚ ਹੋ ਰਿਹਾ ਹੈ। ਤੇ ਸਾਡਾ ਕੀ ਹਾਲ ਹੈ? ਸਾਡੀ ਕੋਈ ਮਰਿਆਦਾ ਨਹੀਂ ਹੈ। ਨਾ ਸਾਡਾ ਖਾਣਾ ਮਰਿਆਦਾ ਵਿੱਚ, ਨਾ ਪਾਣਾ ਮਰਿਆਦਾ ਵਿੱਚ। ਹੁਣ ਸਿੱਖ ਗੁਰੂ ਕੋਲ ਆਉਂਦਾ, ਇਹਨੂੰ ਡਰ ਨਹੀਂ ਲੱਗਦਾ। ਕੋਰਟ ਵਿੱਚ ਜਾਵੇ ਨਾ, ਥਾਣੇ ਵਿੱਚ ਜਾਵੇ, ਉੱਥੇ ਡਰ ਲੱਗਦਾ ਹੈ। ਉੱਥੇ ਵਰਦੀ ਪੂਰੀ ਪਾ ਕੇ ਜਾਂਦਾ ਹੈ, ਫੋਨ ਬੰਦ ਕਰ ਦਿੰਦਾ ਹੈ। ਇੱਥੇ ਆਉਂਦਾ ਨਿੱਕਰਾਂ ਪਾ ਕੇ ਕਈ ਆ ਜਾਂਦੇ ਨੇ, ਮਾਫ਼ ਕਰਨਾ ਗੁਰਦੁਆਰੇ। ਬੁੱਢੇ ਹੋਏ ਬੰਦੇ ਵੀ ਟੋਪੀਆਂ ਸਿਰ 'ਤੇ ਰੱਖ ਕੇ ਆ ਜਾਂਦੇ ਨੇ। ਫਿਰ ਸਾਡੇ ਫੋਨ ਅਰਦਾਸ ਵਿੱਚ ਵੀ ਵੱਜੀ ਜਾਂਦੇ ਨੇ। ਹੁਕਮਨਾਮਾ ਹੋ ਰਿਹਾ, ਉਦੋਂ ਵੀ ਫੋਨ ਸਾਇਲੈਂਟ ਨਹੀਂ ਅਸੀਂ ਕਰਦੇ, ਬੰਦ ਨਹੀਂ ਕਰਦੇ। ਭੁੱਲੀ ਮਾਲਣੀ ਹੈ ਇਹੋ, ਭੁੱਲ ਗਏ ਸਿੱਖ ਮਰਿਆਦਾ ਗੁਰੂ ਦੀ। ਕਹਿੰਦੇ ਫੋਨ ਸੁਣਨਾ ਜ਼ਰੂਰੀ ਹੈ, ਅਰਦਾਸ ਜ਼ਰੂਰੀ ਨਹੀਂ, ਹੁਕਮਨਾਮਾ ਸਾਹਿਬ ਜ਼ਰੂਰੀ ਨਹੀਂ। ਹੁਕਮਨਾਮਾ ਹੋ ਰਿਹਾ, ਕਈ ਭੱਜ ਜਾਂਦੇ ਨੇ, ਕਹਿੰਦੇ ਬਾਹਰ ਨੂੰ ਨਿਕਲ ਚੱਲੀਏ। ਤੋ ਐਸਾ ਇਹ ਧਰਮ ਖੰਡ ਵਿੱਚ ਮਹਾਰਾਜ ਵੇਖ ਕਹਿੰਦੇ ਧਰਤੀ 'ਤੇ ਸਾਰਾ ਕੁਝ ਮਰਿਆਦਾ ਵਿੱਚ ਚੱਲ ਰਿਹਾ ਹੈ। ਜੀ ਜੰਤ ਸਾਰੇ ਮਰਿਆਦਾ ਵਿੱਚ ਨੇ। ਸ਼ੇਰ ਨੇ ਮਰਿਆਦਾ ਨਹੀਂ ਭੰਨੀ, ਜੋ ਪਰਮਾਤਮਾ ਨੇ ਉਹਦਾ ਜੀਵਨ ਬਣਾਇਆ ਸੀ ਉਸੇ ਤਰ੍ਹਾਂ ਚੱਲ ਰਿਹਾ ਹੈ। ਗਊ ਦੇ ਜੀਵਨ ਦੀ ਜੋ ਮਰਿਆਦਾ ਪਰਮਾਤਮਾ ਨੇ ਬਣਾਤੀ, ਸਤਿਯੁਗ ਕਈ ਯੁੱਗ ਬੀਤ ਗਈ, ਕਈ ਪਤਾ ਨਹੀਂ ਕਿੰਨੀ ਦੁਨੀਆ ਆਈ ਚਲੀ ਗਈ। ਜੀ ਜਾਤ ਰੰਗਾ ਕੇ ਨਾਮ, ਸਾਰੇ ਉਹ ਜੀਵ ਜੰਤ ਜਿਹੜੇ ਨੇ ਵੇਖੋ ਮਰਿਆਦਾ ਵਿੱਚ ਚੱਲ ਰਹੇ ਨੇ। ਸਾਰਾ ਕੁਝ ਮਰਿਆਦਾ ਵਿੱਚ ਹੋ ਰਿਹਾ ਹੈ। ਸੂਰਜ, ਚੰਦ, ਦਰਿਆ, ਨਦੀਆਂ, ਪਸ਼ੂ ਪੰਛੀ, ਜਾਨਵਰ, ਬਨਸਪਤੀ ਇਤਿਆਦਿਕ। ਪਰ ਇੱਕ ਮਨੁੱਖ ਐਸਾ ਹੈ ਜਿਹੜਾ ਮਰਿਆਦਾ ਤੋਂ ਬਾਹਰ ਹੋ ਗਿਆ ਹੈ। ਇਹ ਜਿੰਨੀਆਂ ਵੀ ਬਿਮਾਰੀਆਂ ਪੈਦਾ ਹੋ ਰਹੀਆਂ ਨੇ, ਇਹਦਾ ਕਾਰਨ ਮਨੁੱਖ ਦਾ ਬੇਮਰਿਆਦਾ ਹੋਣਾ ਹੈ। ਜਿਵੇਂ ਕੋਈ ਮਨੁੱਖ
ਉਹਨੂੰ ਸਰਦੀ ਵੀ ਚਾਹੀਦੀ, ਗਰਮੀ ਵੀ ਚਾਹੀਦੀ, ਪਰ ਜੇ ਉਹ ਹੱਦ ਤੋਂ ਜ਼ਿਆਦਾ ਹੋ ਜਾਵੇ ਰੋਗ ਦਾ ਕਾਰਨ ਬਣ ਜਾਂਦੀ। ਮਰਿਆਦਾ ਤੋਂ ਬਾਹਰ ਚੀਜ਼ ਹੋ ਗਈ ਨਾ ਤਾਂ ਉਹ ਰੋਗ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ ਗੁਰਮੁਖੋ ਜਦੋਂ ਆਪਾਂ ਇਹ ਮਰਿਆਦਾ ਤੋੜ ਦਿੱਤੀ ਤੇ ਉਹਦਾ ਕਾਰਨ ਇਹ ਸੰਸਾਰ ਰੋਗੀ ਹੋ ਗਿਆ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਭੂਲੀ ਮਾਲਣੀ ਹੈ ਇਹੋ, ਭੁੱਲ ਗਏ ਮਰਿਆਦਾ ਨੂੰ, ਹੋਰ ਹੀ ਕੁਝ ਕਰਨ ਲੱਗ ਪਏ। ਆਪਾਂ ਵੀ ਹੋਰ ਹੀ ਕੁਝ ਕਰਨ ਲੱਗ ਪਏ। ਜੋ ਗੁਰੂ ਨੇ ਮਰਿਆਦਾ ਦਿੱਤੀ ਸੀ, ਜੋ ਧਰਮ ਸਾਨੂੰ ਦਿੱਤਾ ਸੀ, ਉਹ ਆਪਾਂ ਭੁੱਲ ਗਏ ਹਾਂ। ਸਤਿਗੁਰ ਜਾਗਤਾ ਹੈ ਦੇਵ, सतगुरु तो जागता देव मैंने प्रकाश रूप है, सदा जागृत है, चेतन है। अज देखो साडे विच ऐसी मनमत आ गई, सानू कहा है कि गुरु बाणी जिहड़ी है प्रतख परमेश्वर है, तो लोग कहन लग पे भी ये तो आम एक ग्रंथ ही है, इनू भोग लवाउण दी की लोड़ है। अगे भी एक दिन बेनती की सी तो फिर ये भी कहते ने, तुसीं सुनिया ही होना, कई कहते ने भी जे गुरु ग्रंथ साहिब जी प्रतख ने जदों किसी ने इन्हां दी बेअदबी की, अंग पाड़े, तो महाराज ने उन्होंने सज़ा क्यों नहीं दी? सवाल है। नास्तिक बुद्धि वाले बंदे, पत्थर दिमाग वाले पता नहीं कितों कितों सवाल कर लेंदे ने। इहदा जवाब है कोई भी चीज़ करनी है जां किसी नूं आपां कोई नवां करके दिखाना है, मनुखता विच नवीं चेतन शक्ति भरनी है, तो अपना आगे कुर्बान करना पैंदा है। गुरु अर्जन देव जी महाराज वो तो ग्रंथ नहीं, वो तो पोथी रूप नहीं, वो तो प्रतख, वो फिर तत्ती तवी ते क्यों बैठते हैं? हलूणा देण वास्ते सिख कौम नूं एक जो चाहते सन कि इस तरह का मनुख बनाना है जिहड़ा अपनी धर्म अणख वास्ते, अपनी गैरत वास्ते जागृत हो जाए, तो इन्ना जागृत हो जाए भावें समय की हुकूमत किन्नी भी बलवान होवे उहदे सामने डट के खड़ जाए। होया फिर जदों महाराज ने अपनी कुर्बानी दी कि वो चंदू नूं मार नहीं सी सकते, महाराज अपना एक वचन करके उन्होंने प्रतख वचन वरत रहे ने कि वो जंग ही इनू नहीं सी मार सकते, कि वो अग नहीं सी बुझा सकते, सारा कुछ कर सकते सी, पर उन्होंने कुर्बानी तो बाद सिख कौम दे विच एक नवी चेतनता शक्ति आ गई। जिहड़े कदे हथ में सोटा भी नहीं सी पकड़ सकते, उन्होंने हथां विच तलवारां पकड़ लियां। 4 जंग होए, समय की हुकूमत दिल्ली तो चढ़ के आई, शाहजहां बादशाह की फौज 4 वारी, तो चारे वारी बड़ी वड्डी भारी गिनती में एक सिखी हुई जिहड़ी मार्शल फौज है, सब तरह ट्रेंड है। पर गुरु अर्जन देव महाराज जी की कुर्बानी ने ऐसा जज्बा भरता कि जिहड़े बिना कोई ट्रेनिंग नहीं सी हैगी, उन्होंने उस फौज के मूँह मोड़ दिते। चारे वारी शाही फौज की हार हुई बहुत भारी। इस तरह गुरु गोबिंद सिंह महाराज सच्चे पातशाह जी वो अपने साहबजादे नूं बचा सकते सी, चाहते वो अध्यात्मक शक्ति नाल सारा कुछ करते, पर नहीं, वो चाहते भी सिख दे विच एक नवा ऐसा जीवन आ जाए। ये गुरु ग्रंथ साहिब महाराज जी ने भी जो कला वरताई, वेखो असी 84 वरती, उहदा भी कारण ये सी असी मर्यादा भुल गए। सिखां दे घरां विच देखो अज भी ਜਿਹੜੀਆਂ LCD LED ने ਲੱਖ ਲੱਖ रुपए की भी होगी, ਲੱਖ ਲੱਖ रुपए का फोन भी होगा सिख के घर, पर किसी सिख के घर ऐसे जाग विरो कृपान नहीं होगी, शस्त्र नहीं होणगे गुरु दे दिते हुए। तो जे कोई हमलावर साढ़े ते चढ़ के आ जाए फिर की करांगे? ना सानू मोबाइल ने बचाना है, ना LED ने बचाना है, ना ਲੱਖ रुपए की फ्रिज ने बचाना है। जे साढ़े कोल शस्त्र होंदा 84 दे विच इन्ना नुकसान नहीं सी होना, क्योंकि असी वो भुल गए। ये महाराज ने कला वरताई। हुण देखो जिहड़े नौजवान ने अपने, हुण एक फिर ये चीज़ चल गई है, जिहड़े नौजवान ने फिर शस्त्र धाड़ी होण लग पे ने बच्चे। एक
और गुरु ग्रंथ साहिब के सत्कार वास्ते कई जथेबंदियां बन गई ने। सारे सुते पे सी जदों ये महाराज ऐसी कला वरती है, फिर वो जागृत हो गए ने। किते भाई बलदेव सिंह जी उजाला वो धरना ला के बैठे ने, किते होर जथेबंदियां ने। ये जागृत करने वास्ते, क्योंकि असी बिल्कुल धर्म तो मर्यादा तो दूर जा चुके हाँ। सिख नूं दाज लैना देना पाप है, वो भी असी करते हाँ। कुख दे विच कुड़ियां असी मारते हाँ, दाज ना मिले तो असी कुड़ियां साड़ते हाँ। होर पता नहीं की कुछ पाप करते हैं, तो फिर कहते असी सिख हाँ। भूली मालनी है एहो सतगुरु जागता है देव, सतगुरु जागत देखदा है सारा कुछ। तो सतगुरु नूं ऐसे रूप दे विच सदा मनना है, पूजना है कि मेरा सतगुरु प्रतख वरत रहा है और वरतदा है। रहाओ विश्राम दे के भगत कबीर साहब कहते ने, ब्रह्म पाती बिसन डारी फूल शंकर देओ। भगत कबीर साहब कहते मालन, कहते भगत कबीर साहब जी मालन तू देवतियां की पूजा करनी है, तेनू दिखा देंदे आ तिन्ने देवतियां दा वास बनस्पति दे विच है। ब्रह्मपाती ब्रह्मा वो एक बूटे नूं वेखो, तिन्ने देवते उहदे विच ने। भगत कबीर साहब कहंदे जिहड़े पत्ते ने वो ब्रह्मा जी है। बिसन डारी जिहड़ा विष्णु है वो डालियां ने, टाहनियां जिहड़ियां ने। फूल शंकर देव ते शिव जी कौन है, जिहड़े बूटे नूं फुੱਲ लगे हुए ने। तीन देव प्रतख तोड़े करें किस की थियो। ये तीन देवते तां प्रतख तोड़ दिते तूं, किते छोटियां छोटियां टाहनियां तोड़ियां, पत्ते तोड़ते, फुੱਲ तोड़ते। तीन देवतियां नूं तां प्रतख तूं मरोड़ के रखता है, होर किहड़े देवते की पूजा करनी है। पाखान गढ़ कै मूरत कीनी दे कै छाती पाओ। फिर तू कहनी है जिहड़ी मूर्ति है भगवान की मूर्ति है। भगत कबीर साहब कहते ये मूर्ति नूं वेख के बनी किवें है, पहला इहदे वल ध्यान दे। पत्थर लिया, कोई कारीगर ने वेखिया भी इहदे विच पत्थर विच क्वालिटी है। उस पत्थर की छाती उत्ते बैठ के छैनी थोड़ा लैके बैठ गया। कारीगर ने घड़ना शुरू करता, छैनी दे नाल चंगी तरह छिलिया, ऐन घरोड़ घरोड़ के मारियां थोड़ियां ते छिलिया। जदों छैनी दे नाल पाखान गढ़ के, पखान नूं पत्थर नूं घड़ के मूरत कीनी मूर्ति बना दी। दे के छाती पाओ, पत्थर की छाती ते कारीगर ने पैर रखे जुत्तियां दी समेत। सियाल दे मौके ठंड हुंदी वो जुत्तियां पा के चढ़ जांदे उत्ते। गर्मी विच भी पत्थर तपदा तां भी पैरां विच जुत्ती पाई हुंदी है। जे ये मूरत साची है तो गढ़नहारे खाओ। जे तू कहनी भी ये भगवान की मूर्ति, ये भगवान हुंदा ते जिहने इहदे उत्ते पैर रखे ने पहलां उहनूं खा जांदी, उहनूं मार दिंदी। भाव के ये नरजिंद है, भात भेत हर लापसी कर करा का सार। भोगण हारे भोगिया इस मूरत के मुखसार। फिर जिहड़ा पुजारी है वो चावल भेत लापसी जिहड़ा सीरा है और कासार जिहड़ी पंजीरी हुंदी, इहदे विच मोटी मोटी चीनी पाई हुंदी। कहंदे इस तरह के पदार्थ रख के अगे वो कहंदे भगवान हुण भोग लाण लगा है। थोड़ा जिहा मूर्ति के मूँह नूं ला के बाकी आप छक जाता है। भोगण हारे भोगिया इस मूरत के मुख सार। खीर आदक जां कुछ भी मूँह नूं लाया, बाद विच की करते हैं उहदे मूँह नूं स्वाह ला देंदे ने भी इत्थे कीड़ियां ना आउण। भगत कबीर साहब कहंदे वो तां पंडित, वो तां पुजारी खा गया ते जिहड़ा वो मूर्ति दे मूँह नूं तां स्वाह ही मिली, होर की मिलिया उसनूं। मालन भूली जग भुलाना हम भुलाने नाए। भगत कबीर साहब कहते मालन भी भुली ते इस तरह के कर्म कांड में सारी दुनिया भुली हुई है, होर ही कर्म कांड करी जाते हैं। पर भगत कबीर साहब कहते हम भुलाने नाए, असी नहीं भुले क्योंकि सानू पूरा गुरु मिल गया। नहीं तो पता नहीं किस तरह के कर्म कांड करी जाने सन। ये पूरे गुरु ने कृपा कर दी। कहो कबीर हम राम राखे कृपा कर हर राहे।
उस राम ने सानू रख लिया, किरपा करती, पूरे गुरु का मिलाप करा दिता। उस हरि वाहिगुरु ने किरपा करके सानू कर्म कांड तो, व्यर्थ के कर्मां तो बचा लेना कीता। इस तरह के शब्द होर भी गुरु ग्रंथ साहिब दे विच, जिवें भगत नामदेव जी का भी शब्द आउंदा है। तो सानू सारी मनुखता नूं गुरबाणी यही सेध देंदी है, तुसी चेतन रूप परमात्मा नाल जुड़ना करो। फोके कर्म कांडां नूं छड्ड के अकाल पुरख वाहिगुरू की आराधना करो, तां जो ये तुहाडा जीवन सफल हो जावे। क्योंकि जैसो सेवै तैसो होवै। फिर बेनती है, जिस तरह का कोई अभ्यास करता है उस तरह का बन जाता है। किसी ने मैडिकल विद्या पढ़ी, डॉक्टर बन गया। किसी ने ला दियाँ किताबां पढ़ियाँ, वकील बन गया, जज बन गया। जिस तरह की कोई पूजा करता है, अभ्यास करता है, उस तरह का हो जाता है। इस करके वाहो वाहो बाणी निरंकार है। बाणी पढ़ो, तुसी भी निरंकार का रूप, परमात्मा का रूप उहदे विच ही लीन हो जाओगे। अगे 7 तरीक नूं आ रहा है धन गुरु ग्रंथ साहिब महाराज जी का पहला प्रकाश। सो गुरमुखो बाणी दे नाल जुड़िए, बाणी का अभ्यास करिए। सतगुरु मैं रामत करन, सतगुरु के अमृत बचनों नूं कमा सकी। होईयां भुलां दी खिमा जी। वाहिगुरू जी का खालसा, वाहिगुरू जी की फतेह।